अस्सलाम वालेकुम नाजरीन, मैं वां ਤੁਹਾਡਾ ਮੇਜ਼ਬਾਨ, ਤੁਹਾਡਾ ਦੋਸਤ, ਤੁਹਾਡਾ ਭਰਾ ਇਜਾਜ਼ ਅਹਿਮਦ ਭੱਟ ਤੇ ਤੁਸੀਂ ਅੱਜ ਮੇਰੇ ਪ੍ਰੋਗਰਾਮ ਚਾਨਣ ਦੇ ਵਿੱਚ ਇੱਕ ਖਾਸ ਜਿਹੜੀ ਸਟੋਰੀ ਹੈ ਉਹ ਸੁਣੋਗੇ। ਉਹ ਇਸ ਵਕਤ ਲਾਹੌਰ ਦੀ ਸਭ ਤੋਂ ਟਾਪ ਸਟੋਰੀਆਂ 'ਚ ਇਹ ਸਟੋਰੀ ਸ਼ਾਮਲ ਹੈ। ਲਾਹੌਰ ਦੇ ਇਲਾਕੇ ਦੇ ਵਿੱਚ ਇੱਕ ਐਸਾ ਵਾਕਿਆ ਪੇਸ਼ ਆਇਆ ਹੈ ਕਿ ਜਿਹਦੇ ਬਾਰੇ ਕਿਹਾ ਗਿਆ ਹੈ ਕਿ ਇੱਕ ਜਿਹੜੀ ਲੜਕੀ ਹੈ ਉਹਨੂੰ 29 ਸਾਲ ਦੀ ਲੜਕੀ ਜਿਹਦਾ ਨਾਮ ਫੌਜ਼ੀਆ ਹੈ ਉਹਨੂੰ ਜਿੰਨ ਜਿਹੜੇ ਨੇ ਉਹ ਚੁੱਕ ਕੇ ਲੈ ਗਏ ਨੇ। ਜਿੰਨ ਇੱਕ ਲੜਕੀ ਨੂੰ ਅਗਵਾ ਕਰਕੇ ਲੈ ਗਏ ਨੇ। ਤੇ ਇਹ ਕੋਈ ਜ਼ੁਬਾਨੀ ਕਲਾਮੀ ਗੱਲ ਨਹੀਂ ਹੋਈ। ਉਹਦੀ FIR ਦੇ ਵਿੱਚ ਵੀ ਪੁਲਿਸ ਨੇ ਲਿਖਿਆ ਹੋਇਆ ਹੈ ਕਿ ਇਹਨੂੰ ਕੋਈ ਹਵਾਈ ਚੀਜ਼ਾਂ ਜਿਹੜੀਆਂ ਉਹ ਲੈ ਕੇ ਚਲੀਆਂ ਗਈਆਂ। ਅੱਛਾ, ਹੁਣ ਹੈਰਾਨਕੁਨ ਵਾਕਿਆ ਹੈ ਕਿ ਇਹ ਵਾਕਿਆ ਜਿਹੜਾ ਹੈ ਉਹ ਹਾਈ ਕੋਰਟ ਤੱਕ ਪਹੁੰਚ ਗਿਆ। ਇਹ ਲਾਹੌਰ ਹਾਈ ਕੋਰਟ ਦੀ ਜਿਹੜੀ ਚੀਫ ਜਸਟਿਸ ਨੇ ਆਲੀਆ ਨੀਲਮ ਸਾਹਿਬਾ, ਉਹਨਾਂ ਦੇ ਕੋਲ ਚਲਾ ਗਿਆ ਕੇਸ। ਉਹਨਾਂ ਨੇ ਜਦੋਂ ਕੇਸ ਸੁਣਿਆ ਸਾਰਾ ਤੇ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਨੌਜਵਾਨ ਲੜਕੀ ਜਾਂ ਇੱਕ ਸ਼ਾਦੀशुदा ਲੜਕੀ ਨੂੰ ਜਿੰਨ ਚੁੱਕ ਕੇ ਲੈ ਗਏ ਨੇ। ਉਹਨਾਂ ਨੇ ਕਿਹਾ ਵੀ ਇਹ ਸਾਰਾ ਵਾਕਿਆ ਮੇਰੇ ਅੱਗੇ ਪੇਸ਼ ਕਰੋ। ਫਿਰ IG ਨੂੰ ਵੀ ਉਹਨਾਂ ਬੁਲਾ ਲਿਆ, CCPO ਨੂੰ ਵੀ ਬੁਲਾ ਲਿਆ, CCT ਦੇ ਜਿਹੜੇ SP ਸਾਹਿਬ ਨੇ ਆਫਤਾਬ ਫੁੱਲਰਵਾਨ, ਉਹਨਾਂ ਨੂੰ ਵੀ ਬੁਲਾ ਲਿਆ। ਬਾਹਰ ਅੱਜ ਜਦੋਂ ਉਹਨਾਂ ਦੇ ਸਾਹਮਣੇ ਕੇਸ ਆਇਆ ਤੇ ਉਹਨਾਂ ਨੇ ਕਿਹਾ ਵੀ ਇਹ ਕੌਣ ਕਹਿੰਦਾ ਪਿਆ ਕਿ ਇਸ ਖਾਤੂਨ ਨੂੰ ਜਿੰਨਾਤ ਉਠਾ ਕੇ ਲੈ ਗਏ ਨੇ। ਤੇ ਉਹਨਾਂ ਨੇ ਕਿਹਾ ਜੀ ਇਹ ਮੁਦਈਆ ਦਾ ਵੀ ਕਹਿਣਾ ਹੈ ਤੇ ਇਹਦੇ ਮੁਦਈਆ ਕਹਿੰਦੀ ਪਈ ਹੈ ਕਿ ਇਹ ਇਹਦੇ ਸੱਸ ਦਾ ਤੇ ਸ਼ੋਹਰ ਦਾ ਬਿਆਨ ਸੀ। ਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਹੁਣ ਇਹਦੀ ਇੱਕ JIT ਬਣਾ ਦਿੱਤੀ ਹੈ, ਆਲਾ ਸਤ੍ਹਾ ਦੀ JIT ਬਣਾ ਦਿੱਤੀ ਗਈ ਹੈ। ਯਾਨੀ ਲਾਹੌਰ ਦੀ ਇੱਕ ਕੁੜੀ ਹੈ, ਖਾਤੂਨ ਹੈ, ਜਿਹਦਾ ਪਰਚਾ ਦਰਜ ਹੋਇਆ ਕਿ ਉਹਨੂੰ ਜਿੰਨਾਤ ਅਗਵਾ ਕਰਕੇ ਲੈ ਗਏ। ਉਹ ਪਰਚੇ ਦੇ ਵਿੱਚ ਵੀ ਲਿਖਿਆ ਗਿਆ। ਫਿਰ ਪੁਲਿਸ ਨੇ ਉਹਦੀ ਤਫਤੀਸ਼ ਸ਼ੁਰੂ ਕੀਤੀ ਤੇ ਤਫਤੀਸ਼ ਚਲਦਿਆਂ 6 ਸਾਲ ਗੁਜ਼ਰ ਗਏ, ਲੇਕਿਨ ਨਾ ਉਹ ਜਿੰਨਾਤ ਫੜੇ ਗਏ ਤੇ ਨਾ ਅਸਲ ਮੁਲਜ਼ਮ ਫੜਿਆ ਗਿਆ। ਹੁਣ ਉਹਦੀ ਵਾਲਦਾ ਜਿਹੜੀ ਹੈ ਉਹ ਸਾਰਾ ਕੇਸ ਲੈ ਕੇ ਲਾਹੌਰ ਹਾਈ ਕੋਰਟ ਪਹੁੰਚ ਗਈ। ਉੱਥੇ ਚੀਫ ਜਸਟਿਸ ਨੇ ਦੇਖਿਆ ਕਿ ਇਹ ਤੇ ਬੜਾ ਅਹਿਮ ਵਾਕਿਆ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਕੁੜੀ ਨੂੰ ਜਾਂ ਕਿਸੇ ਖਾਤੂਨ ਨੂੰ ਜਿੰਨ ਲੈ ਜਾਣ ਤੇ ਉਹਦਾ ਪਰਚਾ ਵੀ ਦਰਜ ਕੀਤਾ ਹੋਇਆ। ਤੇ ਉਹਨਾਂ ਨੇ ਫਿਰ ਇੱਕ JIT ਬਣਾਈ। ਉਹ JIT ਕੋਈ ਮਾਮੂਲੀ ਲੈਵਲ ਦੀ ਨਹੀਂ ਬਣਾਈ ਗਈ। ਇਸ ਸਾਰੇ ਵਾਕਿਆ ਦੀ ਇਨਕੁਆਇਰੀ ਵਾਸਤੇ ਜਿਹੜੀ JIT ਬਣਾਈ ਗਈ ਹੈ ਉਹਦਾ ਮੈਂ ਤੁਹਾਨੂੰ ਦੱਸਾਂ ਕਿ ਸਭ ਤੋਂ ਪਹਿਲੇ ਤੇ DIG ਲਾਹੌਰ ਇਨਵੈਸਟੀਗੇਸ਼ਨ ਜਿਹੜੇ ਜ਼ਿਸ਼ਾਨ ਰਜ਼ਾ ਸਾਹਿਬ ਨੇ ਉਹ ਉਹਦੇ ਸਰਬਰਾਹ ਹੋਣਗੇ। ਉਹਨਾਂ ਤੋਂ ਇਲਾਵਾ SSP ਜਿਹੜੇ ਇਨਵੈਸਟੀਗੇਸ਼ਨ ਆਸਮ ਕੰਬੋ ਸਾਹਿਬ ਨੇ, SP ਮਾਡਲ ਟਾਊਨ ਡਾਕਟਰ ਅਯਾਜ਼ ਦੇ ਸ਼ਾਮਲ ਨੇ, ਤੇ ਫਿਰ ਸਪੈਸ਼ਲ ਬ੍ਰਾਂਚ ਦੇ CCD ਦੇ ਇਨਵੈਸਟੀਗੇਸ਼ਨ ਦੇ 3-4 DSP ਵੀ ਸ਼ਾਮਲ ਨੇ। ਅਸਲ ਵਿੱਚ ਇਹ ਵਾਕਿਆ ਜਿਹੜਾ ਥਾਣਾ ਕਾਨੇ ਦੇ ਵਿੱਚ ਇਹਦੀ FIR ਦਰਜ ਹੋਈ। ਜ਼ਰਾ ਅਸੀਂ ਉਸ FIR ਦਾ ਵੀ ਤਫਸੀਲ ਨਾਲ ਜ਼ਿਕਰ ਕਰ ਲਈਏ। FIR ਦਾ ਨੰਬਰ ਹੈ 1572 2019 ਚ ਦਰਜ ਹੋਈ। ਉਹਦੇ ਤੇ ਜੁਰਮ ਕੀ ਲਗਾਇਆ ਗਿਆ? 365 ਅਗਵਾ ਦਾ ਜੁਰਮ ਲਗਾਇਆ ਗਿਆ। ਅੱਛਾ, ਇਹਦੀ ਮੁਦਈਆ ਜਿਹੜੀ ਹੈ ਉਹ ਇਸ ਲੜਕੀ ਦੀ ਵਾਲਦਾ ਹਮੀਦਾ ਬੀਬੀ ਹੈ। ਔਰ ਇਹ ਜਿਹੜੀ ਕੇਸ ਹੋਇਆ ਇਹਦਾ ਜਿਹੜਾ ਵਾਕਿਆ ਸੀ, ਅਸਲ 'ਚ ਵਾਕਿਆ ਦੇ ਪਿੱਛੇ ਵੀ ਥੋੜੀ ਬੜਾ ਸਸਪੈਂਸ ਹੈਗਾ। ਅਸੀਂ ਪੂਰੀ ਤਫਸੀਲ ਨਾਲ ਤੁਹਾਨੂੰ ਦੱਸਾਂਗੇ ਕਿ ਇਹ 6 ਸਾਲ ਤੱਕ ਜਿਨ੍ਹਾਂ ਨੂੰ ਕਿੱਥੇ ਤਲਾਸ਼ ਕੀਤਾ ਗਿਆ ਤੇ ਕਿਆ ਜਿੰਨ ਇਹਨਾਂ ਦੇ ਹੱਥ ਆਏ ਪੁਲਿਸ ਦੇ, ਜਾਂ ਜਿੰਨ ਪੁਲਿਸ ਨੂੰ ਹੀ ਡਰਾ ਧਮਕਾ ਕੇ ਜਿਨ੍ਹਾਂ ਨੇ ਪਿੱਛੇ ਕਰ ਦਿੱਤਾ। ਜਦੋਂ ਵਾਕਿਆ ਹੋਇਆ ਤੇ ਇਹ 18 ਤਰੀਕ ਸੀ ਮਈ ਦੀ, ਤੇ ਉਹਦੀ ਜਿਹੜੀ ਵਾਲਦਾ ਹੈ ਨਾ ਉਹਨੂੰ ਸਸੁਰਾਲ ਵਾਲਿਆਂ ਨੇ ਫੋਨ ਕੀਤਾ, ਇਹਦੇ ਸ਼ੋਹਰ ਨੇ ਤੇ ਇਹਦੀ ਯਾਨੀ ਜਿਹੜੀ ਸੱਸ ਹੈ। ਜਿਹੜਾ ਸ਼ੋਹਰ ਹੈ ਨਾ ਉਹ ਰਮਜ਼ਾਨ ਹੈ ਤੇ ਜਿਹੜੀ ਸੱਸ ਹੈ ਇਸ ਔਰਤ ਦੀ ਉਹਦਾ ਨਾਂ ਹੈ ਕੁਬਰਾ ਬੀਬੀ। ਇਹਨਾਂ ਦੋਵਾਂ ਨੇ ਇਸ ਖਾਤੂਨ ਜਿਹਦਾ ਨਾਮ ਫੌਜ਼ੀਆ ਹੈ, ਜਿਹੜੀ ਗਾਇਬ ਹੋਈ ਹੈ, ਜਿਹਨੂੰ ਕਹਿੰਦੇ ਜਿਨ੍ਹਾਂ ਨੇ ਅਗਵਾ ਕਰ ਲਿੱਤਾ ਹੈ, ਇੱਕ ਫੌਜ਼ੀਆ ਬੀਬੀ ਦੇ ਬਾਰੇ ਉਹਨਾਂ ਨੇ ਇਹਦੀ ਵਾਲਦਾ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਬੱਚੀ ਨੂੰ ਜਿੰਨ ਲੈ ਗਏ ਨੇ। ਉਹ ਵਿਚਾਰੀ ਆਪਣੇ 3 ਪੁੱਤਰਾਂ ਦੇ ਨਾਲ ਭੱਜੀ ਆਈ। ਤੂੰ ਉਹਨੇ ਕਿਹਾ ਬਈ ਜਿੰਨ ਕਿੱਥੇ ਲੈ ਗਏ ਨੇ। ਅੱਛਾ, ਇਹਨਾਂ ਨੇ ਨਾਲ ਇੱਕ ਹੋਰ ਵੀ ਡਰਾਮਾ ਕੀਤਾ ਕਿ ਜਿੰਨ ਜਿਹੜੇ ਨੇ ਉਹ ਸਵੇਰ ਸਹਿਰੀ ਦੇ ਵਕਤ 3 ਵਜੇ ਆਏ ਨੇ ਤੇ ਇਹ ਘਰ 'ਚ ਮੌਜੂਦ ਸੀ ਤੇ ਅਚਾਨਕ ਗਾਇਬ ਹੋ ਗਈ। ਤੇ ਉਹਨਾਂ ਨੇ ਆ ਕੇ ਉਹ ਜਿਹੜੀ ਹਮੀਦਾ ਬੀਬੀ ਹੈ, ਕੁੜੀ ਦੀ ਮਾਂ ਜਿਹੜੀ ਹੈ, ਉਹ ਉੱਥੇ ਆਈ ਤੇ ਉਹਨੇ ਕਿਹਾ ਵੀ ਜਿਨ੍ਹਾਂ ਨੇ ਕਿਸ ਤਰ੍ਹਾਂ ਮੇਰੀ ਬੱਚੀ ਨੂੰ ਅਗਵਾ ਕਰ ਲਿਆ ਦੱਸੋ। ਉਹ ਗਏ, ਉਹਨਾਂ ਨੇ ਕਮਰਾ ਸ਼ਮਰਾ ਦੇਖਿਆ। ਕਮਰਾ ਦੇਖਣ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਕਿ ਇਹ ਜਿਹੜਾ ਮੇਰਾ ਦਮਾਦ ਹੈ ਤੇ ਉਹਦੀ ਜਿਹੜੀ ਵਾਲਦਾ ਹੈ, ਇਹਨਾਂ ਨੇ ਮੇਰੀ ਬੱਚੀ ਨੂੰ
ਕਤਲ ਕਰਨ ਵਾਸਤੇ ਕਿਧਰੇ ਗਾਇਬ ਕਰ ਦਿੱਤਾ ਹੈ ਤੇ ਇਹ ਜਿੰਨਾਂ ਦਾ ਬਹਾਨਾ ਲਾਉਂਦੇ ਪਏ ਨੇ। ਲੇਕਿਨ ਪੁਲਿਸ ਨੇ 18 ਮਈ ਦਾ ਇਹ ਜਿਹੜਾ ਵਕੂਆ ਸੀ ਉਹਨੂੰ ਆਪਣੇ ਕੋਲ ਰੱਖਿਆ। 19 ਵੀ ਗੁਜ਼ਰ ਗਈ, 20 ਵੀ ਗੁਜ਼ਰ ਗਈ, ਅਗਲੇ 5 ਦਿਨ ਹੋਰ ਗੁਜ਼ਰ ਗਏ। 25 ਮਈ 2019 ਨੂੰ ਪੁਲਿਸ ਨੇ ਇਹਦਾ ਮੁਕੱਦਮਾ ਦਰਜ ਕੀਤਾ, ਜਿਹੜਾ ਇਹ 1572 ਬਟਾ 19 ਮੁਕੱਦਮਾ ਨੰਬਰ ਹੈ, ਥਾਣਾ ਕੰਨ ਹੈ। ਅੱਛਾ, ਉਸ ਤੋਂ ਬਾਅਦ ਇਹ ਮੁਕੱਦਮਾ ਤਫਤੀਸ਼ੀ ਕੋਲ ਚਲਾ ਗਿਆ। ਤਫਤੀਸ਼ੀ ਨੇ ਵੀ ਉੱਥੇ ਜਾ ਕੇ ਚੈੱਕ ਕੀਤਾ ਤੇ ਉਸ ਤੋਂ ਬਾਅਦ ਇਹਦੀ ਤਫਤੀਸ਼ ਕਿੱਧਰ ਗਈ ਅਸੀਂ ਤੁਹਾਨੂੰ ਉਹ ਵੀ ਸਾਰੀ ਡਿਟੇਲ ਦੱਸਾਂਗੇ। ਪਹਿਲੇ ਕੀ ਹੋਇਆ? ਸਭ ਤੋਂ ਪਹਿਲੇ ਤੇ ਇਹ ਜਿਹੜੀ ਹਮੀਦਾ ਬੀਬੀ ਨੇ ਜਦੋਂ ਸ਼ੱਕ ਕੀਤਾ ਤੇ ਪੁਲਿਸ ਨੇ ਉਹਦੇ ਸ਼ੋਹਰ ਰਮਜ਼ਾਨ ਨੂੰ ਤੇ ਉਹਦੀ ਸੱਸ ਜਿਹੜੀ ਹੈ ਕੁਬਰਾ, ਇਹਨਾਂ ਨੂੰ ਤਹਿਕੀਕਾਤ ਕੀਤੀਆਂ ਇਹਨਾਂ ਕੋਲੋਂ। ਅੱਛਾ, ਇਸ ਵਕੂਆ ਤੋਂ 6 ਸਾਲ ਪਹਿਲੇ ਫੌਜ਼ੀਆ ਬੀਬੀ ਦੀ ਰਮਜ਼ਾਨ ਦੇ ਨਾਲ ਸ਼ਾਦੀ ਹੋਈ ਸੀ ਤੇ ਤਕਰੀਬਨ 6 ਸਾਲ ਤੱਕ ਇਹਨਾਂ ਦੋਵਾਂ ਦੇ ਘਰ ਕੋਈ ਔਲਾਦ ਨਹੀਂ ਹੋਈ। ਜਦੋਂ ਔਲਾਦ ਨਹੀਂ ਹੋਈ ਤੇ ਸੱਸ ਨੇ ਤਾਣੇ ਦੇਣੇ ਸ਼ੁਰੂ ਕਰ ਦਿੱਤੇ, ਸ਼ੋਹਰ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਵਜ੍ਹਾ ਤੋਂ ਮੇਰੀ ਔਲਾਦ ਨਹੀਂ ਹੋ ਰਹੀ। ਕਿ ਇਸ ਦੌਰਾਨ ਜਿਹੜੀ ਸੱਸ ਹੈ ਉਹਨੇ ਜਾਦੂ ਟੂਣੇ ਦਾ ਤੇ ਮੁਖਤਲਿਫ ਅਮਲੀਆਤ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਕਿ ਕਿਸੇ ਤਰ੍ਹਾਂ ਮੇਰਾ ਪੁੱਤਰ ਜਿਹੜਾ ਹੈ ਇਹਦੇ ਘਰ ਔਲਾਦ ਹੋ ਜਾਏ। ਉਸ ਦੌਰਾਨ ਹੀ ਉਹ ਜਿਹੜਾ ਜਿੰਨਾਤ ਦਾ ਆਣਾ ਜਾਣਾ ਨਾ ਉਹ ਸ਼ੁਰੂ ਹੋ ਗਿਆ। ਹੁਣ ਪਤਾ ਨਹੀਂ ਹੋਇਆ ਜਾਂ ਨਹੀਂ ਹੋਇਆ। ਹੁਣ ਉਹ ਸੱਸ ਨੇ ਜਦੋਂ ਦੱਸਿਆ ਕਿ ਇਹਦੇ ਘਰ ਔਲਾਦ ਨਹੀਂ ਹੁੰਦੀ ਸੀ, ਲੇਕਿਨ ਜਦੋਂ ਇਹ ਵਕੂਆ ਹੋਇਆ ਨਾ ਉਸ ਤੋਂ 4 ਮਹੀਨੇ ਪਹਿਲੇ ਫੌਜ਼ੀਆ ਬੀਬੀ ਦੇ ਘਰ ਇੱਕ ਬੱਚਾ ਪੈਦਾ ਹੋ ਗਿਆ। ਬੱਚਾ ਪੈਦਾ ਹੋਇਆ ਤੇ ਫਿਰ ਉਹੀ ਲੜਾਈ ਝਗੜਾ ਮੀਆਂ ਬੀਵੀ ਦੇ ਵਿੱਚ ਕਿ ਇਹ ਬੱਚਾ ਕਿਹਦਾ ਹੈ, ਇਹ ਕਿਸ ਤਰ੍ਹਾਂ ਹੈ। ਇਸ ਚੱਕਰ ਦੇ ਵਿੱਚ ਉਹ ਜਿਹੜੀ ਖਾਤੂਨ ਹੈ ਫੌਜ਼ੀਆ ਬੀਬੀ, ਉਹਦੀ ਮਾਂ ਦਾ ਵੀ ਕਹਿਣਾ ਹੈ ਕਿ ਇਹ ਮੀਆਂ ਬੀਵੀ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਵੀ ਝਗੜਾ ਹੋ ਰਿਹਾ ਸੀ। ਤੇ ਉਸ ਤੋਂ ਬਾਅਦ ਅਚਾਨਕ ਇਹ 18 ਤੇ 19 ਮਈ ਨੂੰ ਇਹਨਾਂ ਨੇ ਇਹ ਸਾਰਾ ਡਰਾਮਾ ਕੀਤਾ ਕਿ ਜੀ ਉਹ ਬੱਚੀ ਨੂੰ ਜਾਂ ਫੌਜ਼ੀਆ ਨੂੰ ਜਿੰਨ ਲੈ ਗਏ ਨੇ। ਅੱਛਾ, ਮੈਂ ਤੁਹਾਨੂੰ ਆਪਣੇ ਨਾਜ਼ਰੀਨ ਨੂੰ ਇਹ ਵੀ ਦੱਸਦਾ ਚੱਲਾਂ ਕਿ ਫੌਜ਼ੀਆ ਉਸ ਵਕਤ 28-29 ਸਾਲ ਦੀ ਸੀ ਜਦੋਂ ਗਾਇਬ ਹੋਈ ਹੈ। ਹੁਣ ਅਗਰ ਅੱਜ ਉਹ ਕਿਸੇ ਜਗ੍ਹਾ ਦੇ ਸਾਹਮਣੇ ਆ ਜਾਏ ਜਾਂ ਜ਼ਿੰਦਾ ਹੋ ਕੇ ਸਾਹਮਣੇ ਆ ਜਾਏ ਤੇ ਉਹਦੀ ਉਮਰ ਤਕਰੀਬਨ 35-36 ਸਾਲ ਹੋਏਗੀ। ਇਹ ਅਸੀਂ ਤੁਹਾਨੂੰ ਉਹਦੀ ਤਸਵੀਰ ਵੀ ਦਿਖਾ ਰਹੇ ਹਾਂ। ਇਹ ਫੌਜ਼ੀਆ ਦੀ ਬੀਬੀ ਦੀ ਤਸਵੀਰ ਦੇਖੋ ਤੁਸੀਂ। ਤੇ ਇਹ ਜਿਹੜੀ ਲੜਕੀ ਹੈ, ਅੱਛਾ, ਪੁਲਿਸ ਨੇ ਜਦੋਂ ਤਹਿਕੀਕਾਤ ਕੀਤੀ, ਤਫਤੀਸ਼ ਹੋਈ ਤੇ ਤਫਤੀਸ਼ ਵਿੱਚ ਉਹਨਾਂ ਨੇ ਕਿਹਾ ਕਿ ਇਹਦਾ ਜਿਹੜਾ ਸ਼ੋਹਰ ਹੈ ਰਮਜ਼ਾਨ ਤੇ ਦੀ ਜਿਹੜੀ ਸੱਸ ਹੈ ਕੁਬਰਾ, ਇਹ ਦੋਵੇਂ ਹੀ ਲੱਗਦੇ ਨੇ ਮੁਲਵਸ। ਤੇ ਉਹਨਾਂ ਨੇ ਇਹਨਾਂ ਦੋਵਾਂ ਨੂੰ ਪੁਲਿਸ ਨੇ ਫੜ ਲਿੱਤਾ, ਫੜ ਕੇ ਤਫਤੀਸ਼ ਕੀਤੀ। ਉਸ ਤੋਂ ਬਾਅਦ ਇਹਨਾਂ ਨੂੰ ਚਲਾਨ ਵੀ ਕੀਤਾ ਔਰ ਗਿਲਟੀ ਵੀ ਕੀਤਾ। ਲੇਕਿਨ ਉਹ ਦੁਬਾਰਾ ਜਿਹੜੇ ਨਾਲ ਛੁੱਟ ਕੇ ਆ ਗਏ ਕਿਉਂਕਿ ਉਹ ਲੜਕੀ ਦੀ ਨਾ ਤੇ ਕੋਈ ਡੈੱਡ ਬਾਡੀ ਮਿਲੀ ਤੇ ਨਾ ਹੀ ਪਤਾ ਲੱਗਾ ਕਿ ਜਿੰਨ ਕਿੱਥੇ ਲੈ ਗਏ ਨੇ। ਕੋਕਾਫ ਤੇ ਨਹੀਂ ਲੈ ਗਏ। ਹੁਣ ਲੱਭਣ ਦੇ ਸਨ ਕਿ ਜੀ ਅਸੀਂ ਹੁਣ ਕੋਕਾਫ ਕਿਵੇਂ ਜਾਈਏ। ਲਿਹਾਜ਼ਾ ਉਹਨਾਂ ਨੇ ਕੀਤਾ ਕਿ ਉਹਨਾਂ ਨੂੰ ਚਲਾਨ ਕਰਕੇ ਕੇਸ ਦਾਖਲੇ ਦਫ਼ਤਰ ਕਰਤਾ। ਫਿਰ ਦੁਬਾਰਾ ਇਨਕੁਆਇਰੀ ਹੋਈ, ਦੁਬਾਰਾ ਤਫਤੀਸ਼ ਸ਼ੁਰੂ ਹੋਈ ਤੇ ਫਿਰ ਤਫਤੀਸ਼ ਹੀ ਪਤਾ ਲੱਗਿਆ ਕਿ ਉਹਦੇ ਮੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਮੇਰੀ ਬੀਵੀ ਜਿਹੜੀ ਹੈ ਉਹ ਆਪਣੀ 4 ਮਾਹ ਦੀ ਬੇਟੀ ਨੂੰ ਛੱਡ ਕੇ ਤੇ ਕਿਸੇ ਆਪਣੇ ਆਸ਼ਨਾ ਨਾਲ ਚਲੀ ਗਈ। ਇਸ ਬਾਰੇ ਵੀ ਤਹਿਕੀਕਾਤ ਕੀਤੀ ਗਈ, ਕੋਈ ਚੀਜ਼ ਨਾ ਨਿਕਲੀ। ਫਿਰ ਆਲਾ ਅਫਸਰਾਨ ਨੇ ਇਹਦੀ ਦੁਬਾਰਾ ਤਹਿਕੀਕਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਘਰ ਤੋਂ ਥੋੜ੍ਹੀ ਦੂਰੀ ਇੱਕ ਬੜੀ ਵੱਡੀ ਨਹਿਰ ਗੁਜ਼ਰਦੀ ਹੈ ਤੇ ਉਹਨਾਂ ਨੇ ਕਿਹਾ ਕਿ ਨਹਿਰ ਦੇ ਕੋਲ ਗਈ ਸੀ ਤੇ ਜਿਨ੍ਹਾਂ ਨੇ ਇਹਨੂੰ ਨਹਿਰ 'ਚ ਧੱਕਾ ਦੇ ਦਿੱਤਾ ਤੇ ਇਹ ਨਹਿਰ 'ਚ ਡਿੱਗ ਪਈ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਾਤੂਨ ਨੇ ਆਪਣੇ ਘਰ ਦੇ ਝਗੜਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਲੇਕਿਨ ਇਹ तमाम ਜਿਹੜੇ ਵਾਕਿਆਤ ਨੇ ਇਹਨਾਂ ਨੂੰ ਪੁਲਿਸ ਸਾਬਤ ਨਹੀਂ ਕਰ ਸਕੀ, ਨਾ ਹੀ ਇਹ ਸਾਬਤ ਕਰ ਸਕੀ ਹੈ ਕਿ ਜਿੰਨ ਨੂੰ ਲੈ ਕੇ ਗਏ ਨੇ। ਲੇਕਿਨ ਸਭ ਤੋਂ ਵੱਡਾ ਹੈਰਾਨਕੁਨ ਜਿਹੜਾ ਕੰਮ ਹੈ ਉਹ ਇਹ ਵੇ ਕਿ ਪੁਲਿਸ ਨੇ FIR 'ਚ ਕਿਵੇਂ ਲਿਖ ਦਿੱਤਾ कि उस फौजिया बीवी को हवाई चीज़ें, नागहानी चीज़ें कहीं लेकर गायब हो गई हैं। चीज़ों ने ये बाकायदा लिखा हुआ है FIR में कि नागहानी मखलूक और हवाई चीज़ों ने उसे गायब कर दिया। जैसे आलिया नीलन साहबा ने कह दिता है IG पंजाब डॉक्टर उस्मान नूं ही ते CCPO लाहौर बिलाल सदीक कमियाना साहब नूं ते DIG इन्वेस्टिगेशन ज़ीशान रज़ा नूं कि यह जरा जिन है इनू फड़ के सामने लियाना है। यानी असल जरा मुलजम है वो भावें जिन है तो भावें बंदा है, उन्होंने फड़ के सामने लियाना है। फौजिया बीबी नू बाजियाब कराना है। अगर वो जिंदा नहीं तो फिर असल मुलजम जरा जिन बन के गायब होया 6 साल तो उस मुलजम नू फड़ के
ਕਾਨੂੰਨ ਦੇ ਕਟਹਿਰੇ ਖੜਾ ਕਰਨਾ ਹੈ। ਤੇ ਇਹ ਸਾਡਾ ਆਪਣੇ ਚੈਨਲ ਚਾਨਣ ਦੇ ਨਾਜ਼ਰੀਨ ਨਾਲ ਵਾਅਦਾ ਹੈ ਕਿ ਜਦੋਂ ਇਹ ਅਸਲੀ ਜਿੰਨ ਕਾਬੂ ਆਏਗਾ ਤੇ ਅਸੀਂ ਇਹਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਫਿਰ ਪਤਾ ਚੱਲੇਗਾ ਕਿ ਇੱਕ ਜਿੰਨ ਕਿਵੇਂ ਕਿਸੇ ਕੁੜੀ ਨੂੰ ਅਗਵਾ ਕਰਦਾ ਹੈ ਤੇ ਕਿਵੇਂ ਉਹਨੂੰ ਗਾਇਬ ਕਰਦਾ ਹੈ। ਇਹ ਸਾਰੀ ਸੂਰਤ ਹਾਲ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ। ਉਸ ਵਕਤ ਤੱਕ ਆਪਣੇ ਮੇਜ਼ਬਾਨ ਇਜਾਜ਼ਤ ਬੱਟ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।